ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਕੌਰ ਤੇ ਅਸੀਂ ਪੜ੍ਹ ਰਹੇ ਹਾਂ ਰਸੂਲ ਹਮਜ਼ਾ ਤੋਵ ਦੀ ਪ੍ਰਸਿੱਧ ਕਾਵ ਰਚਨਾ ਮੇਰਾ ਦਾਗਿਸਤਾਨ। ਜਨਗਣ। ਇਹ ਦੱਸ, ਭਲਾ ਅਮਰੀਕਾ ਸਾਡੇ ਦੇਸ਼ ਜਿੰਨਾ ਹੀ ਵੱਡਾ ਹੈ? ਉੱਥੇ ਜ਼ਿਆਦਾ ਆਬਾਦੀ ਹੈ ਜਾਂ ਸਾਡੇ ਇੱਥੇ? 1959 ਵਿੱਚ ਅਮਰੀਕਾ ਤੋਂ ਵਾਪਸ ਆਉਣ ਤੇ ਮੇਰੀ ਮਾਤਾ ਜੀ ਨੇ ਮੇਰੇ ਤੋਂ ਪੁੱਛਿਆ, ਰਾਤ ਦੇ ਸੰਨਾਟੇ ਤੇ ਸੁੱਤੇ ਹੋਏ ਪਿੰਡ ਵਿੱਚ ਭਾਵੇਂ ਮੀਂਹ ਪੈ ਰਿਹਾ ਹੋਵੇ ਜਾਂ ਵਧੀਆ ਮੌਸਮ ਹੋਵੇ, ਖਿੜਕੀ ਉੱਤੇ ਹਲਕੀ ਜਿਹੀ ਦਸਤਕ ਹੁੰਦੀ ਹੈ। ਕਿਉਂ ਬਈ, ਇੱਥੇ ਮਰਦਾ ਕੋਈ? ਘੋੜੇ ਉੱਤੇ ਜ਼ੀਨ ਕੱਸੋ। ਤੂੰ ਕੌਣ ਹੈ? ਜੇ ਇਹ ਪੁੱਛਣਾ ਪਈ ਮੈਂ ਕੌਣ ਹੈ ਤਾਂ ਘਰ ਹੀ ਰਹਿ, ਤੇਰਾ ਕੋਈ ਫਾਇਦਾ ਨਹੀਂ ਹੋਣਾ। ਫਿਰ ਦੂਜੀ ਖਿੜਕੀ ਤੇ ਦਸਤਕ ਹੁੰਦੀ ਹੈ। ਠਕ ਠਕ। ਕਿਉਂ ਬਈ, ਇਸ ਘਰ ਵਿੱਚ ਕੋਈ ਮਰਦ ਹੈ? ਘੋੜੇ ਤੇ ਜ਼ੀਨ ਕੱਸੋ। ਕਿੱਥੇ ਜਾਣ ਲਈ? ਕਾਹਦੇ ਲਈ? ਜੇ ਕਿੱਥੇ ਤੇ ਕਾਹਦੇ ਲਈ ਪੁੱਛਣਾ ਤਾਂ ਘਰ ਹੀ ਰਹਿ, ਤੇਰਾ ਕੋਈ ਫਾਇਦਾ ਨਹੀਂ ਹੋਣਾ। ਤੀਜੀ ਖਿੜਕੀ ਤੇ ਦਸਤਕ ਹੁੰਦੀ ਹੈ। ਕਿਉਂ ਬਈ, ਇਸ ਘਰ ਵਿੱਚ ਕੋਈ ਮਰਦ ਹੈ? ਘੋੜੇ ਤੇ ਜ਼ੀਨ ਕੱਸੋ। ਹੁਣੇ ਲੈ, ਮੈਂ ਤਿਆਰ ਹਾਂ। ਤਾਂ ਇਹ ਮਰਦ ਹੈ, ਇਹ ਪਹਾੜੀ ਆਦਮੀ ਹੈ ਤੇ ਦੋਵੇਂ ਚੱਲ ਪੈਂਦੇ ਨੇ। ਫੇਰ ਠਕ ਠਕ। ਇੱਥੇ ਕੋਈ ਮਰਦ ਹੈ? ਘੋੜੇ ਉੱਤੇ ਜ਼ੀਨ ਕੱਸੋ। ਅਤੇ ਹੁਣ ਉਹ 2 ਨਹੀਂ, 3 ਨਹੀਂ, 10 ਨਹੀਂ, ਸਗੋਂ ਸੈਂਕੜੇ ਤੇ ਹਜ਼ਾਰਾਂ ਹਨ। ਦਾਗਿਸਤਾਨ ਵਿੱਚ 16,72,000 ਲੋਕ ਹੋ ਗਏ। ਦੂਰ ਦੂਰ ਦੇ ਪਹਾੜਾਂ ਤੱਕ ਉਹਨਾਂ ਦੀ ਮਸ਼ਹੂਰੀ ਹੋ ਗਈ। ਇਸ ਮਸ਼ਹੂਰੀ ਨਾਲ ਕਦੇ ਨਾ ਤ੍ਰਿਪਤ ਹੋਣ ਵਾਲੇ ਮੁਹਿੰਮਬਾਜ਼ਾਂ ਨੇ ਮੂੰਹ ਵਿੱਚ ਪਾਣੀ ਭਰ ਆਇਆ ਤੇ ਉਹਨਾਂ ਨੇ ਦਾਗਿਸਤਾਨ ਵੱਲ ਆਪਣੇ ਲਾਲਚੀ ਹੱਥ ਵਧਾਏ। ਦਾਗਿਸਤਾਨੀਆਂ ਨੇ ਆਖਿਆ, ਸਾਨੂੰ ਆਪਣੇ ਘਰਾਂ ਵਿੱਚ ਮਾਵਾਂ, ਪਿਓਵਾਂ ਤੇ ਬੀਵੀਆਂ ਨਾਲ ਚੈਨ ਨਾਲ ਰਹਿਣ ਦਿਓ। ਸਾਡੀ ਗਿਣਤੀ ਤਾਂ ਉਂਝ ਵੀ ਘੱਟ ਹੈ। ਪਰ ਦੁਸ਼ਮਣਾਂ ਨੇ ਜਵਾਬ ਦਿੱਤਾ, ਜੇ ਤੁਹਾਡੀ ਗਿਣਤੀ ਘੱਟ ਹੈ ਤਾਂ ਅਸੀਂ ਤੁਹਾਡੇ 2 ਟੁਕੜੇ ਕਰ ਦਿੰਦੇ ਹਾਂ, ਤੁਹਾਡੀ ਗਿਣਤੀ ਦੁੱਗਣੀ ਹੋ ਜਾਵੇਗੀ। ਲੜਾਈਆਂ ਸ਼ੁਰੂ ਹੋ ਗਈਆਂ। ਦਾਗਿਸਤਾਨ ਵਿੱਚ ਅੱਗਾਂ ਭੜਕਣ ਲੱਗੀਆਂ। ਦਾਗਿਸਤਾਨ ਤੂ ਤੂ ਕਰਕੇ ਬਲਣ ਲੱਗਾ। ਪਹਾੜੀ ਢਲਵਾਨਾਂ, ਘਾਟੀਆਂ, ਦਰਿਆਂ ਵਿੱਚ ਤੇ ਚਟਾਨਾਂ ਉੱਤੇ ਦਾਗਿਸਤਾਨ ਦੇ ਸਭ ਤੋਂ ਵਧੀਆ 1 ਲੱਖ ਸਪੁੱਤਰ ਇੱਕਦਮ ਜਵਾਨ, ਮਜ਼ਬੂਤ ਤੇ ਦਲੇਰ ਬੇਟੇ ਰਣ ਖੇਤਰ ਵਿੱਚ ਜੂਝ ਮਰੇ। ਪਰ 10 ਲੱਖ ਦਾਗਿਸਤਾਨੀ ਜਿਉਂਦੇ ਬਚੇ ਰਹਿ ਗਏ। ਹਵਾਵਾਂ ਪਹਿਲਾਂ ਵਾਂਗ ਹੀ ਪੰਘੂੜੇ ਝਟਾਉਂਦੀਆਂ ਰਹੀਆਂ, ਲੋਰੀਆਂ ਗਾਈਆਂ ਜਾਂਦੀਆਂ ਰਹੀਆਂ। 1 ਲੱਖ ਨਵੇਂ ਦਾਗਿਸਤਾਨੀ ਬੇਟੇ ਖੜੇ ਹੋ ਗਏ। ਉਹਨਾਂ ਨੂੰ ਰਣ ਖੇਤਰ ਵਿੱਚ ਜੂਝ ਮਰਨ ਵਾਲੇ ਸੂਰਮਿਆਂ ਦੇ ਨਾਂ ਦਿੱਤੇ ਗਏ। ਫਿਰ ਦਾਗਿਸਤਾਨ ਉੱਤੇ ਹਮਲਾ ਕਰ ਦਿੱਤਾ ਗਿਆ। ਬਹੁਤ ਵੱਡੀ ਲੜਾਈ ਹੋਈ। ਲੜਾਈ ਦਾ ਬਹੁਤ ਭਾਰੀ ਸ਼ੋਰ ਸ਼ਰਾਬਾ ਰਿਹਾ। ਵੱਡੇ ਹੋਏ ਸਿਰ ਪੱਥਰਾਂ ਵਾਂਗ ਦਰਿਆਂ ਤੇ ਘਾਟੀਆਂ ਵਿੱਚ ਰੜਦੇ ਰਹੇ। ਦਾਗਿਸਤਾਨ ਦੇ ਸਭ ਤੋਂ ਵਧੀਆ 1 ਲੱਖ ਪੁੱਤਰ ਫਿਰ ਸ਼ਹੀਦ ਹੋ ਗਏ। 1 ਲੱਖ ਫੌਜੀ, 1 ਲੱਖ ਹਾਲੀ, 1 ਲੱਖ ਵਰ, 1 ਲੱਖ ਪਿਤਾ। ਪਰ 10 ਲੱਖ ਬਚੇ ਰਹਿ ਗਏ। ਪੰਘੂੜੇ ਝੂਲਦੇ ਰਹੇ, ਗਾਣੇ ਗਾਏ ਜਾਂਦੇ ਰਹੇ। ਜਵਾਨ ਸੂਰਮੇ ਆਪਣੀਆਂ ਮਹਿਬੂਬਾਂ ਨੂੰ ਭਜਾ ਕੇ ਲਿਜਾਂਦੇ ਰਹੇ। ਇੱਕੋ ਹੀ ਲਬਾਦੇ ਹੇਠਾਂ ਜਿਸਮ ਗਰਮਾਉਂਦੇ ਤੇ ਜੱਫੀਆਂ ਪਾਉਂਦੇ ਰਹੇ। ਦਾਗਿਸਤਾਨ ਦੇ ਵੰਸ਼ ਵਿੱਚ ਵਾਧਾ ਕਰਦੇ ਰਹੇ। 1 ਲੱਖ ਨਵੇਂ ਧੀਆਂ ਪੁੱਤਰਾਂ ਦਾ ਜਨਮ ਹੋਇਆ। 1 ਲੱਖ ਦਾਤਰੀਆਂ, ਖੰਜਰ, ਬੰਦੂਰੇ ਤੇ ਡਫਲੀਆਂ ਸਾਹਮਣੇ ਆ ਗਈਆਂ। ਫਿਰ ਇੱਕ ਨਵਾਂ ਯੁੱਧ ਸ਼ੁਰੂ ਹੋਇਆ। ਘਾਟੀਆਂ ਵਿੱਚ ਤੇ ਪਹਾੜੀ ਰਸਤਿਆਂ ਉੱਤੇ ਤੋਪਾਂ ਦਨਾ ਦਨ ਉੱਠੀਆਂ। ਪਹਾੜੀ ਜੰਗਲਾਂ ਦੀਆਂ ਢਲਾਨਾਂ ਉੱਤੇ ਕੁਹਾੜੇ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸੰਗੀਨਾਂ ਚਮਕ ਉੱਠੀਆਂ। ਗੋਲੀਆਂ ਠਾਏਂ ਠਾਏਂ ਕਰਨ ਲੱਗੀਆਂ। ਹਾਂ, ਉਹਨਾਂ ਦੀ ਗਿਣਤੀ ਕਰਨੀ ਮੁਸ਼ਕਿਲ ਸੀ। ਸਾਡੇ ਗੀਤਾਂ ਵਿੱਚ ਇਹ ਗਾਇਆ ਜਾਂਦਾ ਹੈ ਕਿ ਸਾਡੇ ਇੱਕ ਬੰਦੇ ਨੂੰ 100 ਦੁਸ਼ਮਣਾਂ ਦਾ ਸਾਹਮਣਾ ਕਰਨਾ ਪਿਆ। ਇੱਕ ਹੱਥ ਵੱਢਿਆ ਜਾਂਦਾ ਤਾਂ ਉਹ ਦੂਸਰੇ ਹੱਥ ਨਾਲ ਲੜਦਾ। ਸਿਰ ਵੱਢਿਆ ਜਾਂਦਾ ਤਾਂ ਉਹਦਾ ਧੜ ਲੜਦਾ ਰਹਿੰਦਾ। ਬੁੱਢੇ ਉਸ ਯੁੱਧ ਦੇ ਬਾਰੇ ਇਹੋ ਜਿਹੀਆਂ ਗੱਲਾਂ ਦੱਸਦੇ। ਮਰਿਆ ਹੋਇਆਂ ਘੋੜਿਆਂ ਨਾਲ ਰਾਹ ਅਤੇ ਦर्रे ਡੱਕੇ ਜਾਂਦੇ। ਫੌਜੀਆਂ ਉੱਚੀਆਂ ਉੱਚੀਆਂ ਚਟਾਨਾਂ ਤੋਂ ਸੰਗੀਨਾਂ ਉੱਤੋਂ ਛਾਲਾਂ ਮਾਰ ਦਿੰਦੇ। ਸਾਨੂੰ ਇਹ ਕਿਹਾ ਜਾਂਦਾ ਸੀ ਕਿ ਖੂਨ ਵਹਾਉਣਾ ਬੰਦ ਕਰੋ, ਵਿਰੋਧ ਕਰਨ ਵਿੱਚ ਕੋਈ ਤੁਕ ਨਹੀਂ। ਕਿੱਥੇ ਜਾਓਗੇ ਤੁਸੀਂ? ਤੁਹਾਡੇ ਖੰਭ ਨਹੀਂ ਲੱਗੇ ਹੋਏ ਕਿ ਅਸਮਾਨ 'ਚ ਉੱਡ ਜਾਓਗੇ। ਤੁਹਾਡੇ ਇਹੋ ਜਿਹੇ ਨਹੁੰ ਨਹੀਂ ਕਿ ਧਰਤੀ ਨੂੰ ਪੁੱਟ ਕੇ ਉਸ 'ਚ ਸਮਾ ਜਾਓਗੇ। ਪਰ ਸ਼ਮੀਲ ਜਵਾਬ ਦਿੰਦਾ ਸੀ, ਮੇਰੀ ਤਲਵਾਰ ਖੰਭ ਹੈ, ਸਾਡੇ ਖੰਜਰ ਤੇ ਤੀਰ ਸਾਡੇ ਨਹੁੰ ਨੇ।
25 ਸਾਲ ਤੱਕ ਪਹਾੜੀ ਲੋਕ ਸ਼ਮੀਲ ਦੀ ਅਗਵਾਈ ਵਿੱਚ ਲੜਦੇ ਰਹੇ। ਇਹਨਾਂ ਸਾਲਾਂ ਦੌਰਾਨ ਨਾ ਸਿਰਫ ਦਾਗਿਸਤਾਨ ਦਾ ਬਾਹਰੀ ਰੰਗ ਰੂਪ ਹੀ ਬਦਲਿਆ, ਸਗੋਂ ਥਾਵਾਂ ਤੇ ਨਦੀਆਂ ਦੇ ਨਾਂ ਵੀ ਬਦਲ ਗਏ। ਅਵਾਰ ਕੋਇਸੂ ਦਾ ਨਾਂ ਕਾਰਾ ਕੋਇਸੂ ਯਾਨੀ ਕਾਲੀ ਨਦੀ ਹੋ ਗਿਆ। ਜ਼ਖਮੀ ਚਟਾਨਾਂ ਅਤੇ ਮੌਤ ਦਾ ਦर्रा ਪ੍ਰਗਟ ਹੋ ਗਿਆ। ਵਾਲੇਰਿਕ ਨਦੀ ਮਸ਼ਹੂਰ ਹੋ ਗਈ। ਸ਼ਾਮੀਲ ਦੀ ਪਗਡੰਡੀ, ਸ਼ਾਮੀਲ ਦਾ ਰਾਹ ਅਤੇ ਸ਼ਾਮੀਲ ਦਾ ਨਾਚ ਲੋਕਾਂ ਦੀ ਯਾਦ ਵਿੱਚ ਉਕਰਿਆ ਗਿਆ। ਗੁਨੀਬ ਪਰਬਤ ਇਸ ਯੁੱਧ ਦੇ ਅਪਾਰ ਦੁੱਖ ਦਾ ਸਿਖਰ ਬਣ ਕੇ ਰਹਿ ਗਿਆ। ਇਮਾਮ ਨੇ ਇਸੇ ਚੋਟੀ ਤੇ ਆਖਰੀ ਵਾਰ ਇਬਾਦਤ ਕੀਤੀ ਸੀ। ਇਬਾਦਤ ਦੇ ਵਕਤ ਉਤਾਂ ਉੱਠੇ ਹੋਏ ਹੱਥਾਂ ਵਿੱਚ ਗੋਲੀ ਲੱਗ ਗਈ। ਸ਼ਾਮੀਲ ਕੰਬਿਆ ਨਹੀਂ ਅਤੇ ਉਹਨੇ ਆਪਣੀ ਨਮਾਜ਼ ਜਾਰੀ ਰੱਖੀ। ਇਮਾਮ ਸ਼ਾਮੀਲ ਦੇ ਗੋਡਿਆਂ ਉੱਤੇ ਅਤੇ ਉਸ ਸਿਲ ਉੱਤੇ ਜਿਸ ਉੱਤੇ ਉਹ ਖਲੋਤਾ ਸੀ ਲਹੂ ਡਿੱਗਦਾ ਰਿਹਾ। ਜ਼ਖਮੀ ਇਮਾਮ ਨੇ ਆਪਣੀ ਨਮਾਜ਼ ਪੂਰੀ ਕੀਤੀ। ਜਦੋਂ ਉਹ ਉੱਠ ਕੇ ਖਲੋਤਾ ਤਾਂ ਲੋਕਾਂ ਨੇ ਕਿਹਾ, ਤੂੰ ਜ਼ਖਮੀ ਹੈ ਇਮਾਮ? ਇਹ ਜ਼ਖਮ ਤਾਂ ਮਾਮੂਲੀ ਜਿਹਾ ਹੀ ਹੈ, ਠੀਕ ਹੋ ਜਾਏਗਾ। ਸ਼ਾਮੀਲ ਨੇ ਮੁੱਠੀ ਘਾਹ ਤੋੜਿਆ ਤੇ ਹੱਥਾਂ 'ਚੋਂ ਵਗ ਰਹੇ ਖੂਨ ਨੂੰ ਪੂੰਝਣ ਲੱਗਾ। ਦਾਗਿਸਤਾਨ ਲਹੂ ਲੁਹਾਨ ਹੋ ਰਿਹਾ। ਇਸ ਜ਼ਖਮ ਦਾ ਇਲਾਜ ਕਿਤੇ ਜ਼ਿਆਦਾ ਮੁਸ਼ਕਿਲ ਹੈ। ਇਸ ਮੁਸ਼ਕਿਲ ਘੜੀ ਵਿੱਚ ਇਮਾਮ ਨੇ ਸਹਾਇਤਾ ਲਈ ਆਪਣੇ ਉਹਨਾਂ ਸੂਰਮਿਆਂ ਨੂੰ ਸੱਦਾ ਦਿੱਤਾ ਜਿਹੜੇ ਬਹੁਤ ਪਹਿਲਾਂ ਹੀ ਕਬਰਾਂ ਵਿੱਚ ਜਾ ਚੁੱਕੇ ਸਨ। ਉਸਨੇ ਉਹਨਾਂ ਨੂੰ ਦਰਖਾਸਤ ਕੀਤੀ ਜਿਨ੍ਹਾਂ ਨੇ ਅਖੂਲਗੇ ਵਿੱਚ ਆਪਣੇ ਪ੍ਰਾਣ ਦੇ ਦਿੱਤੇ ਸਨ, ਉਹਨਾਂ ਨੂੰ ਜਿਨ੍ਹਾਂ ਨੇ ਖੂੰਜਾ ਵਿੱਚ ਆਪਣੇ ਪ੍ਰਾਣ ਦੇ ਦਿੱਤੇ ਸਨ, ਉਹਨਾਂ ਨੂੰ ਜਿਹੜੇ ਸਾਲਟੀ ਪਿੰਡ ਦੇ ਨੇੜੇ ਪਥਰੀਲੀ ਧਰਤੀ ਉੱਤੇ ਮੁਰਦਾ ਪਏ ਰਹੇ, ਉਹਨਾਂ ਨੂੰ ਜਿਹੜੇ ਗੇਰ ਗੋਬਲ ਵਿੱਚ ਦਫਨ ਹੋ ਗਏ, ਉਹਨਾਂ ਨੂੰ ਜਿਹੜੇ ਦਾਰਗੋ ਵਿੱਚ ਸ਼ਹੀਦ ਹੋ ਗਏ। ਇਮਾਮ ਸ਼ਮੀਲ ਨੇ ਆਪਣੇ ਹੀ ਪਿੰਡ ਵਾਸੀ ਤੇ ਆਗੂ ਪਹਿਲੇ ਇਮਾਮ ਕਾਜ਼ੀ ਮੁਹੰਮਦ ਲੰਗੜੇ, ਹਾਜੀ ਮੁਰਾਦ, ਅਲੀ ਬੇਕ ਇਲਾਵ, ਅਖਬੇਰ ਦਾਲਾਵ ਅਤੇ ਅਨੇਕਾਂ ਹੋਰ ਸੂਰਮਿਆਂ ਨੂੰ ਯਾਦ ਕੀਤਾ। ਇਹਨਾਂ ਵਿੱਚੋਂ ਕੋਈ ਸਿਰ ਤੋਂ ਬਿਨਾਂ, ਕੋਈ ਹੱਥ ਤੋਂ ਬਿਨਾਂ ਤੇ ਕੋਈ ਗੋਲੀਆਂ ਨਾਲ ਛਾਨਣੀ ਹੋਏ ਦਿਲ ਨਾਲ ਦਾਗਿਸਤਾਨ ਦੀ ਧਰਤੀ ਵਿੱਚ ਦਫਨ ਪਿਆ ਹੈ। ਯੁੱਧ ਦਾ ਮਤਲਬ ਹੈ ਮੌਤ। ਦਾਗਿਸਤਾਨ ਦੇ 1 ਲੱਖ ਸਭ ਤੋਂ ਵਧੀਆ ਪੁੱਤਰ। ਪਰ ਸ਼ਾਮੀਲ ਵਿਸ਼ਾਲ ਰੂਸ ਦੀ ਧਰਤੀ ਤੋਂ ਲੰਘਦਿਆਂ ਹੋਇਆਂ ਲਗਾਤਾਰ ਇਹੀ ਦੁਹਰਾਉਂਦਾ ਰਿਹਾ, ਦਾਗਿਸਤਾਨ ਛੋਟਾ ਹੈ, ਸਾਡੇ ਲੋਕਾਂ ਦੀ ਗਿਣਤੀ ਘੱਟ ਹੈ, ਕਾਸ਼ ਮੇਰੇ ਕੋਲ 1000 ਸੂਰਮੇ ਹੋਰ ਹੁੰਦੇ। ਵੇਰਖਣੀ ਉੱਪਰ ਵਾਲੇ ਗਨੀਬ ਵਿੱਚ ਇਹ ਪੱਥਰ ਅਜੇ ਤੱਕ ਸੁਰੱਖਿਅਤ ਹੈ ਜਿਸ ਤੇ ਲਿਖਿਆ ਹੈ ਪ੍ਰਿੰਸ। ਬਰਿਆਤਿੰਸਕੀ ਨੇ ਇਸੇ ਉੱਤੇ ਬੈਠ ਕੇ ਕੈਦੀ ਸ਼ਾਮੀਲ ਨਾਲ ਗੱਲਬਾਤ ਕੀਤੀ ਸੀ। ਤੇਰੀਆਂ ਸਾਰੀਆਂ ਕੋਸ਼ਿਸ਼ਾਂ, ਤੇਰਾ ਸੰਘਰਸ਼ ਬੇਕਾਰ ਰਿਹਾ। ਪ੍ਰਿੰਸ ਬਰਿਆਤਿੰਸਕੀ ਨੇ ਆਪਣੇ ਕੈਦੀ ਨੂੰ ਕਿਹਾ। ਨਹੀਂ, ਬੇਕਾਰ ਨਹੀਂ ਰਿਹਾ, ਸ਼ਮੀਲ ਨੇ ਜਵਾਬ ਦਿੱਤਾ। ਲੋਕਾਂ ਦੇ ਦਿਲਾਂ ਵਿੱਚ ਉਹਦੀ ਯਾਦ ਕਾਇਮ ਰਹੇਗੀ। ਮੇਰੇ ਸੰਘਰਸ਼ ਨੇ ਅਨੇਕਾਂ ਜਾਨੀ ਦੁਸ਼ਮਣਾਂ ਨੂੰ ਭਰਾ ਬਣਾ ਦਿੱਤਾ। ਆਪਸ ਵਿੱਚ ਦੁਸ਼ਮਣੀ ਰੱਖਣ ਵਾਲੇ ਅਨੇਕਾਂ ਪਿੰਡਾਂ ਵਿੱਚ ਦੋਸਤੀ ਪੈਦਾ ਕਰ ਦਿੱਤੀ। ਇੱਕ ਦੂਸਰੇ ਨਾਲ ਵੈਰ ਰੱਖਣ ਵਾਲੇ ਤੇ ਮੇਰੇ ਲੋਕ, ਮੇਰੀ ਜਾਤੀ ਦੀ ਰੱਟ ਲਾਉਣ ਵਾਲੇ ਬਹੁਤ ਸਾਰੇ ਜਨਗਣਾਂ ਨੂੰ ਇਕਜੁੱਟ ਕਰ ਦਿੱਤਾ। ਮੈਂ ਮਾਤ ਭੂਮੀ ਅਖੰਡ ਦਾਗਿਸਤਾਨ ਦੀ ਭਾਵਨਾ ਪੈਦਾ ਕਰ ਦਿੱਤੀ ਤੇ ਇਹ ਸਭ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਛੱਡ ਕੇ ਜਾ ਰਹੇ ਹਾਂ। ਭਲਾ ਇਹ ਘੱਟ ਹੈ? ਮੈਂ ਆਪਣੇ ਪਿਤਾ ਜੀ ਕੋਲੋਂ ਪੁੱਛਿਆ, ਕਾਹਦੇ ਲਈ ਦੁਸ਼ਮਣਾਂ ਨੇ ਸਾਡੇ ਦੇਸ਼ ਤੇ ਹਮਲਾ ਕੀਤਾ, ਲਹੂ ਡੋਲਿਆ, ਈਰਖਾ ਤੇ ਨਫ਼ਰਤ ਦੇ ਬੀਜ ਬੀਜੇ? ਕਾਹਦੇ ਲਈ ਉਹਨਾਂ ਨੂੰ ਦਾਗਿਸਤਾਨ ਦੀ ਲੋੜ ਸੀ ਜਿਹੜਾ ਪਿਆਰ ਮੁਹੱਬਤ ਤੋਂ ਅਣਜਾਣ ਬਘਿਆੜ ਦੇ ਬੱਚੇ ਜਿਹਾ ਹੈ? ਮੈਂ ਤੈਨੂੰ ਇੱਕ ਬਹੁਤ ਹੀ ਅਮੀਰ ਦਾ ਕਿੱਸਾ ਸੁਣਾਉਣਾ। ਉਹ ਆਦਮੀ ਬੇਹੱਦ ਅਮੀਰ ਸੀ। ਇੱਕ ਟਿੱਲੇ ਤੇ ਚੜ੍ਹ ਕੇ ਉਹਨੇ ਜਦੋਂ ਸਭ ਪਾਸੇ ਨਜ਼ਰ ਮਾਰੀ ਤਾਂ ਵੇਖਿਆ ਕਿ ਪਹਾੜ ਕੋਲੋਂ ਸ਼ੁਰੂ ਕਰਕੇ ਸਾਗਰ ਤੱਟ ਤੱਕ ਸਾਰੀ ਘਾਟੀ ਵਿੱਚ ਉਸੇ ਦੀਆਂ ਭੇਡਾਂ ਤੇ ਇੱਜੜ ਚੁਗਦੇ ਪਏ ਨੇ। ਉਹਦੇ ਡੰਗਰਾਂ ਤੇ ਤੇਜ਼ ਘੋੜਿਆਂ ਦੇ ਝੁੰਡਾਂ ਦਾ ਕੋਈ ਅੰਤ ਨਹੀਂ ਸੀ। ਹਵਾ ਵਿੱਚ ਉਹਦੇ ਮੇਮਣਿਆਂ ਦੀ ਆਵਾਜ਼ ਗੂੰਜ ਰਹੀ ਸੀ। ਉਸ ਅਮੀਰ ਆਦਮੀ ਦਾ ਦਿਲ ਖੁਸ਼ੀ ਨਾਲ ਨੱਚ ਪਿਆ ਵੀ ਸਾਰੀ ਜ਼ਮੀਨ ਉਹਦੀ ਹੈ ਤੇ ਉਸ ਜ਼ਮੀਨ ਤੇ ਪਸ਼ੂ ਵੀ ਸਾਰੇ ਉਹਦੇ ਹੈ। ਪਰ ਉਸ ਅਮੀਰ ਆਦਮੀ ਨੂੰ ਫਿਰ ਅਚਾਨਕ ਜ਼ਮੀਨ ਦਾ ਇੱਕ ਅਜਿਹਾ ਟੁਕੜਾ ਦਿਸਿਆ ਜਿਹੜਾ ਖਾਲੀ ਪਿਆ ਸੀ, ਜਿਹਦੇ ਤੇ ਉਹਦੇ ਪਸ਼ੂਆਂ ਦਾ ਵੱਗ ਨਹੀਂ ਸੀ। ਇਹ ਵੇਖ ਕੇ ਉਹਦਾ ਦਿਲ ਇੰਜ ਟੀਸ ਮਾਰ ਉੱਠਿਆ ਜਾਣੋ ਕਿਸੇ ਨੇ ਉਹਦੇ ਦਿਲ ਵਿੱਚ ਡੂੰਘਾ ਜ਼ਖਮ ਕਰ ਦਿੱਤਾ ਹੋਵੇ। ਅਮੀਰ ਆਦਮੀ ਗੁੱਸੇ 'ਚ ਆ ਕੇ ਭਿਆਨਕ ਆਵਾਜ਼ 'ਚ ਚੀਕ ਉੱਠਿਆ, ਓਏ, ਇਹ ਵਾਲਾਂ ਤੋਂ ਸੱਖਣੀ ਖੱਲ ਵਰਗਾ ਜ਼ਮੀਨ ਦਾ ਟੁਕੜਾ ਕਿਉਂ ਪਿਆ? ਭਲਾ ਉਹਨੂੰ ਭਰਨ ਜੋਗੀਆਂ ਮੇਰੇ ਕੋਲ ਭੇਡਾਂ ਨਹੀਂ ਰਹੀਆਂ? ਮੇਰੇ ਇੱਜੜ ਉਧਰ ਭੇਜ ਦਿਓ, ਮੇਰੇ ਪਸ਼ੂਆਂ ਘੋੜਿਆਂ ਦੇ ਝੁੰਡ ਉਧਰ ਹੱਕ ਦਿਓ। ਇਹ ਰਸੂਲ ਦੇ ਸਵਾਲ ਦਾ ਜਵਾਬ ਸੀ ਕਿ ਕਾਹਦੇ ਲਈ ਲੋਕ ਯੁੱਧ ਕਰਦੇ ਨੇ। ਇੱਕ ਵਾਰ ਆਪਣੇ ਮੁਰੀਦਾਂ ਨਾਲ ਇਮਾਮ ਇੱਕ ਪਿੰਡ ਵਿੱਚ ਗਿਆ।
ਪਿੰਡ ਦੇ ਬਜ਼ੁਰਗ ਚੌਧਰੀ ਉਹਨੂੰ ਬੜੀ ਕੜਵਾਹਟ ਨਾਲ ਮਿਲੇ। ਉਹ ਬੋਲੇ, ਅਸੀਂ ਜੰਗ ਤੋਂ ਤੰਗ ਆ ਗਏ ਹਾਂ, ਅਸੀਂ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹਾਂ। ਜੇ ਤੂੰ ਨਾ ਹੁੰਦਾ ਤਾਂ ਅਸੀਂ ਬਹੁਤ ਚਿਰ ਪਹਿਲਾਂ ਹੀ ਜ਼ਾਰ ਨਾਲ ਸੁਲਾਹ ਕਰ ਲਈ ਹੋਣੀ ਸੀ। ਓਏ ਤੁਸੀਂ ਲੋਕ ਜਿਹੜੇ ਪਹਾੜੀਏ ਹੁੰਦੇ ਸੀ, ਤੁਸੀਂ ਭਲਾ ਦਾਗਿਸਤਾਨ ਦਾ ਅੰਨ ਖਾ ਕੇ ਉਹਦੇ ਦੁਸ਼ਮਣਾਂ ਦੀ ਖਿਦਮਤ ਕਰਨਾ ਚਾਹੁੰਦੇ ਹੋ? ਮੈਂ ਤੁਹਾਡੇ ਅਮਨ ਚੈਨ ਵਿੱਚ ਖਲਲ ਪਾਇਆ? ਮੈਂ ਤਾਂ ਉਹਦੀ ਰਾਖੀ ਕਰਨਾ ਪਿਆ। ਇਮਾਮ, ਅਸੀਂ ਵੀ ਦਾਗਿਸਤਾਨੀ ਆ, ਪਰ ਵੇਖਣੇ ਪਏ ਆ ਭਈ ਅਸੀਂ ਇਸ ਲੜਾਈ ਨਾਲ ਦਾਗਿਸਤਾਨ ਦਾ ਕੋਈ ਭਲਾ ਨਹੀਂ ਹੁੰਦਾ ਪਿਆ ਤੇ ਨਾ ਹੀ ਅੱਗੋਂ ਹੋਵੇਗਾ। ਮੇਰੀ ਜ਼ਿੱਦ ਨਾਲ ਤਾਂ ਕੁਝ ਵੀ ਹਾਸਲ ਨਹੀਂ ਹੋਣਾ। ਓਏ ਤੁਸੀਂ ਦਾਗਿਸਤਾਨੀ ਹੋ, ਤੁਸੀਂ ਇੱਥੇ ਰਹਿੰਦੇ ਹੋ, ਇਸ ਲਿਹਾਜ਼ ਨਾਲ ਤਾਂ ਤੁਸੀਂ ਦਾਗਿਸਤਾਨੀ ਹੈਗੇ ਹੋ, ਪਰ ਤੁਹਾਡੇ ਦਿਲ ਖਰਗੋਸ਼ ਜਿਹੇ ਨੇ। ਤੁਹਾਨੂੰ ਆਪਣੇ ਚੁੱਲ੍ਹਿਆਂ ਵਿੱਚ ਉਸ ਵੇਲੇ ਅੱਗ ਖੋਰਨਾ ਚੰਗਾ ਲੱਗਦਾ ਜਦੋਂ ਦਾਗਿਸਤਾਨ ਲਹੂ ਲੁਹਾਨ ਪਿਆ ਹੋਵੇ। ਆਪਣੇ ਪਿੰਡ ਦਾ ਦਰਵਾਜ਼ਾ ਖੋਲ ਦਿਓ, ਨਹੀਂ ਤਾਂ ਅਸੀਂ ਆਪੇ ਹੀ ਆਪਣੀਆਂ ਤਲਵਾਰਾਂ ਨਾਲ ਇਹਨੂੰ ਖੋਲ ਲਵਾਂਗੇ। ਪਿੰਡ ਦੇ ਬਜ਼ੁਰਗ ਚੌਧਰੀ ਬੜਾ ਚਿਰ ਇਮਾਮ ਨਾਲ ਗੱਲਬਾਤ ਕਰਦੇ ਰਹੇ ਅਤੇ ਆਖਰ ਉਹਨਾਂ ਨੇ ਉਹਨਾਂ ਨੂੰ ਆਪਣੇ ਪਿੰਡ ਵਿੱਚ ਆਉਣ ਦੀ ਇਜਾਜ਼ਤ ਦੇਣ ਅਤੇ ਇੱਜ਼ਤਦਾਰ ਪ੍ਰਾਹੁਣੇ ਦੇ ਰੂਪ ਵਿੱਚ ਉਹਦਾ ਸਵਾਗਤ ਸਤਿਕਾਰ ਕਰਨ ਦਾ ਫੈਸਲਾ ਕੀਤਾ। ਇਹਦੇ ਬਦਲੇ ਸ਼ਾਮੀਲ ਨੇ ਉਹਨਾਂ ਨੂੰ ਕੌਲ ਦਿੱਤਾ ਕਿ ਉਹ ਇਸ ਪਿੰਡ ਦੇ ਇੱਕ ਵੀ ਵਿਅਕਤੀ ਨੂੰ ਕਤਲ ਨਹੀਂ ਕਰੇਗਾ ਅਤੇ ਪੁਰਾਣੀਆਂ ਰੰਜਿਸ਼ਾਂ ਤੇ ਝਗੜੇ ਝੇੜਿਆਂ ਨੂੰ ਆਪਣੀ ਜ਼ੁਬਾਨ ਤੇ ਨਹੀਂ ਲਿਆਏਗਾ। ਇਮਾਮ ਸ਼ਮੀਲ ਆਪਣੇ ਇੱਕ ਵਫਾਦਾਰ ਦੋਸਤ ਦੇ ਪਹਾੜੀ ਘਰ ਵਿੱਚ ਠਹਿਰਿਆ ਅਤੇ ਪਿੰਡ ਦੇ ਬਜ਼ੁਰਗ ਚੌਧਰੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨੇ ਇੱਥੇ ਕੁਝ ਦਿਨ ਬਿਤਾਏ। ਇੰਨੀ ਦਿਨੀ ਇਸ ਪਿੰਡ ਅਤੇ ਇਸ ਦੇ ਲਾਗੇ ਛਾਗੇ ਦੇ ਇਲਾਕਿਆਂ ਵਿੱਚ 2 ਮੀਟਰ ਤੋਂ ਵੀ ਜ਼ਿਆਦਾ ਲੰਮੇ ਕੱਦ ਦਾ ਇੱਕ ਮਹਾਬਲੀ, ਇੱਕ ਭਿਆਨਕ ਡਾਕੂ ਲੁੱਟਮਾਰ ਕਰਦਾ ਹੁੰਦਾ ਸੀ। ਉਹ ਅੰਨ੍ਹੇਵਾਹ ਸਭ ਨੂੰ ਲੁੱਟੀ ਜਾਂਦਾ ਸੀ, ਪਿੰਡ ਵਾਲਿਆਂ ਦੇ ਕਤਲ ਕਰਦਾ ਸੀ ਤੇ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਉਹਦੇ ਲਈ ਕੁਝ ਵੀ ਪਾਕ ਪਵਿੱਤਰ ਨਹੀਂ ਸੀ। ਅੱਲਾ ਜ਼ਾਰ ਅਤੇ ਇਮਾਮ ਸ਼ਬਦਾਂ ਦਾ ਉਹਦੇ ਲਈ ਕੋਈ ਅਰਥ ਨਹੀਂ ਸੀ। ਇਸ ਲਈ ਪਿੰਡ ਦੇ ਬਜ਼ੁਰਗ ਚੌਧਰੀਆਂ ਨੇ ਸ਼ਮੀਲ ਨੂੰ ਬੇਨਤੀ ਕੀਤੀ, ਇਮਾਮ, ਕਿਸੇ ਵੀ ਤਰ੍ਹਾਂ ਸਾਨੂੰ ਇਸ ਲੁਟੇਰੇ ਤੋਂ ਮੁਕਤੀ ਦਵਾ। ਕਿਸ ਤਰ੍ਹਾਂ ਮੁਕਤੀ ਦਵਾਵਾਂ ਮੈਂ ਤੁਹਾਨੂੰ ਉਹਦੇ ਕੋਲੋਂ? ਉਹਨੂੰ ਮਾਰ ਸੁੱਟ ਇਮਾਮ, ਮਾਰ ਸੁੱਟ। ਉਹਨੇ ਤਾਂ ਖੁਦ ਬੜੇ ਲੋਕਾਂ ਨੂੰ ਕਤਲ ਕੀਤਾ। ਮੈਂ ਤਾਂ ਤੁਹਾਡੀ ਪੰਚਾਇਤ ਨੂੰ ਇਸ ਪਿੰਡ ਵਿੱਚ ਇੱਕ ਵੀ ਬੰਦੇ ਦਾ ਕਤਲ ਨਾ ਕਰਨ ਦਾ ਕੌਲ ਦਿੱਤਾ। ਮੈਨੂੰ ਆਪਣਾ ਕੌਲ ਨਿਭਾਉਣਾ ਪੈਣਾ। ਇਮਾਮ, ਸਾਨੂੰ ਇਸ ਦੁਸ਼ਟ ਤੋਂ ਮੁਕਤੀ ਦਿਵਾਉਣ ਦਾ ਕੋਈ ਉਪਾਅ ਕੱਢੋ। ਕੁਝ ਦਿਨਾਂ ਮਗਰੋਂ ਸ਼ਾਮੀਲ ਦੇ ਮੁਰੀਦਾਂ ਨੇ ਇਸ ਲੁਟੇਰੇ ਨੂੰ ਘੇਰ ਲਿਆ, ਫੜ ਕੇ ਮਸ਼ਕਾਂ ਕੱਸ ਦਿੱਤੀਆਂ ਤੇ ਪਿੰਡ ਵਿੱਚ ਲਿਆ ਕੇ ਇੱਕ ਭੌਰੇ ਵਿੱਚ ਡੱਕ ਦਿੱਤਾ। ਇਸ ਮੁਜਰਮ ਨੂੰ ਉਹਦੇ ਭਿਆਨਕ ਜੁਰਮਾਂ ਦੀ ਸਜ਼ਾ ਦੇਣ ਲਈ ਇੱਕ ਖਾਸ ਅਦਾਲਤ ਦੀਵਾਨ ਬੈਠਾ। ਇਹ ਤੈਅ ਕੀਤਾ ਗਿਆ ਕਿ ਇਸ ਬਦਮਾਸ਼ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ। ਅੰਨਾ ਕਰਕੇ ਇਸ ਸ਼ੈਤਾਨ ਨੂੰ ਮੁੜ ਭੋਰੇ ਵਿੱਚ ਪਾ ਦਿੱਤਾ ਤੇ ਬੂਹੇ ਉੱਤੇ ਜੰਦਰਾ ਮਾਰ ਦਿੱਤਾ। ਕੁਝ ਦਿਨ ਲੰਘ ਗਏ। ਇੱਕ ਰਾਤ ਮਗਰੋਂ ਜਦੋਂ ਪੌ ਫੁੱਟਣ ਵਾਲੀ ਸੀ ਤੇ ਸ਼ਮੀਲ ਡੂੰਗੀ ਨੀਂਦਰੇ ਸੁੱਤਾ ਪਿਆ ਸੀ, ਉਹਦੇ ਕਮਰੇ ਵਿੱਚ ਰੌਲਾ ਤੇ ਖਟਪਟ ਸੁਣਾਈ ਦਿੱਤੀ। ਇਮਾਮ ਉਛਲ ਕੇ ਬਿਸਤਰੇ 'ਚੋਂ ਉੱਠਿਆ। ਉਹਨੇ ਆਪਣੇ ਆਲੇ ਦੁਆਲੇ ਨਜ਼ਰ ਮਾਰੀ। ਉਹਨੇ ਵੇਖਿਆ ਕਿ ਕੁਹਾੜੇ ਨਾਲ ਦਰਵਾਜ਼ੇ ਦੇ ਟੁਕੜੇ ਟੁਕੜੇ ਕਰਕੇ ਤੇ ਇੱਕ ਪਹਾੜ ਜਿਹਾ ਜੰਗਲੀ ਦਰਿੰਦੇ ਤੇ ਰਾਕਸ਼ ਜਿਹਾ ਬੰਦਾ ਚਿੰਗਾੜਦਾ ਹੋਇਆ, ਉਹਨੂੰ ਕੋਸਦਾ ਹੋਇਆ ਉਹਦੇ ਵੱਲ ਵੱਧ ਰਿਹਾ ਹੈ। ਇਮਾਮ ਸਮਝ ਗਿਆ ਕਿ ਇਹ ਲੁਟੇਰਾ ਕਿਸੇ ਤਰ੍ਹਾਂ ਭੋਰੇ ਦਾ ਬੂਹਾ ਬੰਨ੍ਹ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਬਦਲਾ ਲੈਣ ਲਈ ਇੱਥੇ ਆਇਆ। ਦੰਦ ਕਰੀਚਦਾ ਹੋਇਆ ਇਹ ਦਾਨਵ ਵੱਧਦਾ ਆ ਰਿਹਾ ਸੀ। ਉਹਦੇ ਇੱਕ ਹੱਥ ਵਿੱਚ ਬਹੁਤ ਵੱਡਾ ਖੰਜਰ ਤੇ ਦੂਜੇ ਵਿੱਚ ਕੁਹਾੜਾ ਸੀ। ਇਮਾਮ ਨੇ ਵੀ ਆਪਣਾ ਖੰਜਰ ਲੈ ਲਿਆ। ਉਹਨੇ ਮੁਰੀਦਾਂ ਨੂੰ ਆਵਾਜ਼ ਮਾਰੀ, ਪਰ ਇਸ ਬਦਮਾਸ਼ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਦੂਸਰੀ ਦੁਨੀਆ 'ਚ ਪਹੁੰਚਾ ਦਿੱਤਾ ਸੀ। ਪਿੰਡ ਦੇ ਲੋਕੀ ਸੁੱਤੇ ਪਏ ਸੀ। ਕਿਸੇ ਨੇ ਵੀ ਇਮਾਮ ਦੀ ਪੁਕਾਰ ਨਹੀਂ ਸੁਣੀ। ਸ਼ਮੀਲ ਪਿਛਾਂ ਹਟਦਿਆਂ ਦੁਸ਼ਮਣ ਉੱਤੇ ਵਾਰ ਕਰਨ ਦਾ ਕੋਈ ਵਧੀਆ ਮੌਕਾ ਲੱਭ ਰਿਹਾ ਸੀ। ਅੰਨਾ ਬਦਮਾਸ਼ ਇੱਧਰ ਉੱਧਰ ਟੱਪ ਕੁੱਦ ਰਿਹਾ ਸੀ ਤੇ ਕੁਹਾੜਾ ਚਲਾ ਰਿਹਾ ਸੀ। ਕਮਰੇ ਵਿੱਚ ਜੋ ਕੁਝ ਵੀ ਸੀ ਉਹਨੇ ਸਭ ਕੁਝ ਤੋੜ ਭੰਨ ਸੁੱਟਿਆ। ਕਿੱਥੇ ਹੈ ਤੂੰ ਵੱਡਿਆ ਸੂਰਮਿਆਂ, ਜਿਹਦੀਆਂ ਕਿਤਾਬਾਂ 'ਚ ਚਰਚਾ ਕੀਤੀ ਜਾਂਦੀ ਹੈ? ਉਹ ਲੰਮਾ ਚੌੜਾ ਲੁਟੇਰਾ ਚੀਖ ਰਿਹਾ ਸੀ। ਕਿੱਥੇ ਲੁਕ ਗਿਆ ਤੂੰ? ਇੱਧਰ ਆ, ਮੇਰੇ ਹੱਥ ਬੰਨ੍ਹ, ਮੈਨੂੰ ਫੜ, ਕੱਢ ਮੇਰੀਆਂ ਅੱਖਾਂ, ਮੈਂ ਇੱਥੇ ਆ। ਇਮਾਮ ਨੇ ਜ਼ੋਰ ਨਾਲ ਚੀਖਦਿਆਂ ਹੋਇਆ ਜਵਾਬ ਦਿੱਤਾ ਅਤੇ ਉਸ ਪਲ ਛਾਲ ਮਾਰ ਕੇ ਪਾਸੇ ਹੋ ਗਿਆ। ਕੁਹਾੜਾ ਉਸੇ ਥਾਂ ਦੀਵਾਰ ਵਿੱਚ ਡੂੰਘਾ ਜਾ ਧੱਸਿਆ ਜਿੱਥੇ ਇੱਕ ਛਿਣ ਪਹਿਲਾਂ ਸ਼ਮੀਲ ਖਲੋਤਾ ਹੋਇਆ ਸੀ। ਫਿਰ ਇਮਾਮ ਉਸੇ ਛਿਣ ਦਾ ਫਾਇਦਾ ਉਠਾਉਂਦਿਆਂ ਹੋਇਆਂ ਆਪਣੇ ਦੁਸ਼ਮਣ ਤੇ ਝਪਟਿਆ। ਲੁਟੇਰਾ ਜ਼ਿਆਦਾ ਤਾਕਤਵਰ ਤੇ ਪ੍ਰਚੰਡ ਸੀ। ਉਹ ਸ਼ਮੀਲ ਨੂੰ ਇੱਧਰ ਉੱਧਰ ਸੁੱਟਣ ਤੇ ਭੜਕਾਉਣ ਭਟਕਾਉਣ ਲੱਗਾ ਤੇ ਕਈ ਵਾਰੀ ਜ਼ਖਮੀ ਕਰਨ ਵਿੱਚ ਸਫਲ ਹੋ ਗਿਆ, ਪਰ ਸ਼ਮੀਲ ਦੀ ਚੁਸਤੀ ਫੁਰਤੀ ਨੇ ਹਰ ਵਾਰ ਹੀ ਉਹਦੀ ਮਦਦ ਕੀਤੀ ਤੇ ਉਹ ਘਾਤਕ ਰੂਪ ਵਿੱਚ ਜ਼ਖਮੀ ਹੋਣ ਤੋਂ ਬਚ ਗਿਆ। ਇਹ ਸੰਘਰਸ਼ ਕੋਈ 2 ਘੰਟੇ ਚੱਲਦਾ ਰਿਹਾ। ਆਖਰ ਉਸ ਬਦਮਾਸ਼ ਨੇ ਸ਼ਮੀਲ ਨੂੰ ਫੜ ਲਿਆ, ਸਿਰ ਤੋਂ ਉਤਾਂਹ ਚੁੱਕ ਲਿਆ, ਉਹਨੂੰ ਜ਼ੋਰ ਨਾਲ ਫਰਸ਼ ਤੇ ਪਟਕਾ ਮਾਰਿਆ ਤੇ ਫਿਰ ਉਹਦਾ ਸਿਰ ਵੱਢ ਦੇਣਾ ਚਾਹਿਆ। ਪਰ ਹਵਾ ਵਿੱਚ ਉਤਾਂਹ ਚੁੱਕਿਆ ਹੋਇਆ ਸ਼ਮੀਲ ਫੁਰਤੀ ਤੋਂ ਕੰਮ ਲੈਂਦਿਆਂ ਹੋਇਆ ਲੁਟੇਰੇ ਦੇ ਸਿਰ ਉੱਤੇ ਖੰਜਰ ਨਾਲ ਕਈ ਵਾਰ ਕਰਨ ਵਿੱਚ ਸਫਲ ਹੋ ਗਿਆ।
ਬਦਮਾਸ਼ ਡਾਕੂ ਅਚਾਨਕ ਝੁਕ ਗਿਆ। ਉਹਦਾ ਸਰੀਰ ਢਿੱਲਾ ਪੈ ਗਿਆ, ਲੜਖੜਾਇਆ ਅਤੇ ਉਹ ਇੱਟਾਂ ਦੀ ਮੀਨਾਰ ਵਾਂਗ ਹੇਠਾਂ ਡਿੱਗ ਪਿਆ। ਉਹਦੇ ਹੱਥਾਂ ਵਿੱਚੋਂ ਖੰਜਰ ਡਿੱਗ ਪਿਆ। ਸਵੇਰ ਹੋਣ ਤੇ ਲੋਕਾਂ ਨੇ ਉਹਨਾਂ ਦੋਹਾਂ ਨੂੰ ਖੂਨ ਦੇ ਛੱਪੜ 'ਚ ਪਿਆ ਦੇਖਿਆ। ਸ਼ਾਮੀਲ ਦੇ ਜਿਸਮ ਉੱਤੇ 9 ਜ਼ਖਮ ਲੱਗੇ ਸੀ ਤੇ ਉਹਨੂੰ 1 ਮਹੀਨੇ ਤੱਕ ਇਸੇ ਪਿੰਡ ਵਿੱਚ ਇਲਾਜ ਕਰਵਾਉਣਾ ਪਿਆ।